अस्सलाम वालेकुम जी। लो जी, ज़कात फतराना ਤੇ ਮਦਦ ਜਿਹੜੀ ਹੈ ਰਮਜ਼ਾਨ ਦੇ ਵਿੱਚ ਉਹ ਕਿੰਨਾ ਲੋਕਾਂ ਦੀ ਕੀਤੀ ਜਾਣੀ ਚਾਹੀਦੀ ਹੈ, ਜਿਹੜੀ ਕਿ ਅਸੀਂ ਬਿਲਕੁਲ ਹੀ ਗੈਰ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਕੇ ਤੇ ਆਪਣੇ ਮਗਰੋਂ ਲਾਣ ਦੀ ਕੋਸ਼ਿਸ਼ ਕਰਨੇ ਆ ਔਰ ਸਮਝਦੇ ਆ ਕਿ ਅਸੀਂ ਫਰਜ਼ ਅਦਾ ਕਰ ਛੜਿਆ ਕਿ ਵੀ ਅਸੀਂ ਦੇ ਦਿੱਤੀ, ਜਦਕਿ ਅਸਲ ਬੰਦੇ ਤੱਕ ਜਾਂ ਜਿਸ ਬੰਦੇ ਦਾ ਹੱਕ ਬਣਦਾ ਹੈ ਜਾਂ ਜਿਹੜਾ ਸਫੈਦ-ਪੋਸ਼ ਵਿਚਾਰਾ ਤੁਹਾਡੇ ਕੋਲੋਂ ਨਹੀਂ ਮੰਗਦਾ, ਤੁਸੀਂ ਉਹਨੂੰ ਨਹੀਂ ਪਹੁੰਚਾਉਂਦੇ, ਉਹਨੂੰ ਨਹੀਂ ਦਿੰਦੇ ਔਰ ਉਹਦੀ ਖੁਦਗਰਜ਼ੀ ਜਾਂ ਉਹ ਐਜ਼ ਏ ਇਤਰਾਮ ਕਿ ਵੀ ਤੁਹਾਡੇ ਕੋਲੋਂ ਉਹ ਨਹੀਂ ਮੰਗਦਾ ਹੈ ਵੀ ਇਸ ਵਜ੍ਹਾ ਨਾਲ ਕਿ ਕਿਧਰੇ ਮੇਰੀ ਇੱਜ਼ਤ ਨਫਸ ਮਜਰੂਹ ਨਾ ਹੋਵੇ, ਜਦਕਿ ਜਿਨ੍ਹਾਂ ਲੋਕਾਂ ਦਾ ਹੱਕ ਨਹੀਂ ਬਣਦਾ ਉਹਨਾਂ ਨੇ ਐਸੀ ਠੇਕੇਦਾਰੀ ਲਈ ਹੈ ਕਿ ਬਈ ਇਸ ਮਹੀਨੇ ਦੇ ਵਿੱਚ ਉਹ ਦੂਰ ਦਰਾਜ਼ ਇਲਾਕਿਆਂ ਦੇ ਵਿੱਚੋਂ ਝੁੰਡਾਂ ਦੇ ਝੁੰਡ, ਕਾਫਲਿਆਂ ਦੇ ਕਾਫਲੇ, ਜੱਥਿਆਂ ਦੇ ਜੱਥੇ ਉਹ ਸ਼ਹਿਰਾਂ ਦੀ ਤਰਫ ਰੁਖ ਕਰਦੇ ਨੇ ਔਰ ਮੁਖਤਲਿਫ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ, ਔਰ ਉਹ ਆਣ ਕੇ ਤੇ ਤੁਹਾਡੇ ਕੋਲੋਂ ਮਦਦ ਦੀ ਅਪੀਲ ਕਰਦੇ ਨੇ ਔਰ ਫਿਰ ਉਹ ਕਹਿੰਦੇ ਨੇ ਕਿ ਵੀ ਤੁਸੀਂ ਸਾਡੀ ਮਦਦ ਕਰੋ, ਜ਼ਕਾਤ ਫਤਰਾਨਾ ਸਾਨੂੰ ਲੱਗਦਾ ਹੈ ਜਾਂ ਸਾਨੂੰ ਦਿਓ, ਜਦਕਿ ਤੁਸੀਂ ਬੇਸ ਉਹਨਾਂ ਦੀ ਕੋਈ ਨਹੀਂ ਜਾਣਦੇ ਔਰ ਖਾਸ ਕਰਕੇ ਤੁਸੀਂ ਦੇਖਦੇ ਹੋਵੋਗੇ ਕਿ ਵੀ ਬੀਬੀਆਂ ਔਰ ਬੱਚੇ ਜਿਹੜੇ ਨੇ ਉਹਨਾਂ ਦੀ ਕਸੀਰ ਤਾਦਾਦ ਹੈ, ਜਦਕਿ ਉਹਨਾਂ ਦੇ ਜਿਹੜੇ ਮਰਦ ਨੇ ਉਹ ਤੁਹਾਨੂੰ ਰੋਡਾਂ ਦੇ ਨਜ਼ਰ ਨਹੀਂ ਆਉਣਗੇ, ਉਹ ਸੜਕਾਂ ਦੇ ਭੀਖ ਮੰਗਦੇ ਜਾਂ ਉਹ ਕਿਸੇ ਪਾਸੇ ਤੁਹਾਨੂੰ ਨਜ਼ਰ ਨਹੀਂ ਆਉਣਗੇ, ਉਹ ਆਪਣੇ ਝੁੱਗੀਆਂ ਦੇ ਵਿੱਚ ਜਾਂ ਆਪਣੇ ਡੇਰਿਆਂ ਦੇ ਉੱਤੇ ਜਨਾਬ ਮੇਰੀ ਸੂਟੇ ਮਾਰ ਕੇ ਤੇ ਉਹ ਲੰਮੇ ਪਏ ਨੇ, ਔਰਤਾਂ ਔਰ ਬੱਚੇ ਸੜਕਾਂ 'ਤੇ ਨਿਕਲੇ ਨੇ। ਕਿਆ ਤੁਸੀਂ ਜਾਣਦੇ ਹੋ ਕਿ ਬਈ ਉਹ ਇਸ ਚੀਜ਼ ਦੇ ਹੱਕਦਾਰ ਨੇ ਕਿ ਜਿਹੜੇ ਤੁਹਾਨੂੰ ਦੁਆਵਾਂ ਦੇ ਰਹੇ ਨੇ ਜਾਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਪਾ ਰਹੇ ਨੇ ਕਿ ਵੀ ਸਾਨੂੰ ਦੇਣ ਨਾਲ ਤੁਹਾਡੀ ਜ਼ਕਾਤ ਵੀ ਲੱਗ ਜਾਏਗੀ, ਤੁਹਾਡਾ ਫਿਤਰਾਨਾ ਵੀ ਲੱਗ ਜਾਏਗਾ, ਤੁਹਾਡੀ ਹਰ ਕਿਸਮ ਦੀ ਮਦਦ ਜਿਹੜੀ ਉਹ ਕਬੂਲ ਹੋ ਜਾਏਗੀ। ਜੇ ਉਹਨਾਂ ਦੀ ਕਬੂਲ ਹੁੰਦੀ ਤਾਂ ਉਹ ਆਪ ਸਾਰੀ ਜ਼ਿੰਦਗੀ ਸੜਕਾਂ 'ਤੇ ਰਹਿੰਦੇ ਔਰ ਤੁਸੀਂ ਸਮਝਦੇ ਹੋ ਕਿ ਸ਼ਾਇਦ ਅਸੀਂ ਜਿਹੜਾ ਨਾ ਫੌਰੀ ਤੌਰ 'ਤੇ ਜਿੰਨੀ ਜਲਦੀ ਹੋ ਸਕਦਾ ਹੈ ਬਈ ਸਾਡੀ ਇਹ ਇੰਨੇ ਪੈਸੇ ਬਣਦੇ ਨੇ ਔਰ ਇਹਨਾਂ ਨੂੰ ਦਿਓ, ਮਗਰੋਂ ਲਾਓ ਤੇ ਸਾਨੂੰ ਇਹ ਹੋ ਜਾਏਗਾ, ਜ਼ਿਹਨੀ ਤੌਰ 'ਤੇ ਅਸੀਂ ਮੁਤਮਿਨ ਹੋ ਜਾਏ ਕਿ ਬਈ ਅਸੀਂ ਪਹੁੰਚਾ ਦਿੱਤੀ, ਜਦਕਿ ਅੱਜ ਅਸੀਂ ਤੁਹਾਨੂੰ ਸਹੀ ਬੰਦਿਆਂ ਤੱਕ ਪਹੁੰਚਾਉਣ ਲਿਆ। ਅਗਰ ਕੋਈ ਬੰਦਾ ਮੇਰੀ ਇਸ ਸਲਾਹ ਨਾਲ, ਇਸ ਰਾਏ ਨਾਲ ਇਤਫਾਕ ਕਰੇ ਤੇ ਉਹ ਮਸ਼ਵਰਾ ਵੀ ਦੇ ਸਕਦਾ ਕਿ ਬਈ ਜਿਹੜੇ ਅਸਲ ਹੱਕਦਾਰ ਨੇ ਉਹ ਕੌਣ ਲੋਕ ਨੇ, ਜਿਨ੍ਹਾਂ ਨੂੰ ਸਾਨੂੰ ਚਾਹੀਦਾ ਹੈ ਕਿ ਉਹਨਾਂ ਦੀ ਮਦਦ ਬਾਕੀਆਂ ਮਹੀਨਿਆਂ 'ਚ ਵੀ ਕਰਨੀ ਚਾਹੀਦੀ ਹੈ, ਲੇਕਿਨ ਖਾਸ ਕਰਕੇ ਇਸ ਮਹੀਨੇ ਦੇ ਵਿੱਚ ਚਲੋ ਅੱਲਾ ਅਜਰ ਜ਼ਿਆਦਾ ਦਿੰਦਾ ਹੈ, ਪੈਕੇਜ ਜ਼ਿਆਦਾ ਹੈ, ਤੇ ਤੁਸੀਂ ਅਗਰ ਇਸ ਮਹੀਨੇ ਵਿੱਚ ਵੀ ਜਾ ਕੇ ਤੇ ਉਹਨਾਂ ਦੀ ਮਦਦ ਜਾ ਕੇ ਉਹਨਾਂ ਨੂੰ ਖੁੱਲੇ ਲਫ਼ਜ਼ਾਂ 'ਚ ਕਹਿਣਾ, ਕਿਸੇ ਜਗ੍ਹਾ ਤੇ ਸ਼ਰੀਅਤ ਕੋਈ ਨਹੀਂ ਹੈ ਵੀ ਕਿ ਵੀ ਇਹ ਕਹਿਣਾ ਕਿ ਵੀ ਇਹ ਜ਼ਕਾਤ ਦੇ ਪੈਸੇ ਨੇ ਤੂੰ ਲੈ ਲੈ। ਅਗਰ ਤੁਹਾਡੇ ਚਾਚੇ ਦਾ, ਮਾਮੇ ਦਾ, ਫੁੱਫੀ ਦਾ, ਕੋਈ ਹੋਰ ਰਿਸ਼ਤਾ ਕਿਸੇ ਵੀ ਪਿੰਡ ਦੇ ਵਿੱਚ ਜਿਹੜੇ ਬਾਇਜ਼ਤ ਲੋਕ ਨੇ ਉਹਨਾਂ ਨੂੰ ਜਾ ਕੇ ਦੱਸਣ ਦੀ ਲੋੜ ਨਹੀਂ ਕਿ ਵੀ ਇਹ ਕਿਸ ਚੀਜ਼ ਦੇ ਪੈਸੇ ਨੇ, ਠੀਕ ਹੈ। ਉਹਨਾਂ ਨੂੰ ਤੁਸੀਂ ਜਾ ਕੇ ਉਹਨਾਂ ਦੀ ਮਦਦ ਕਿਸੇ ਹਵਾਲੇ ਨਾਲ ਵੀ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਕਣਕ ਲੈ ਕੇ ਦੇ ਸਕਦੇ ਹੋ, ਚਾਵਲ ਲੈ ਕੇ ਦੇ ਸਕਦੇ ਹੋ, ਕੱਪੜੇ ਲੈ ਕੇ ਦੇ ਸਕਦੇ ਹੋ, ਜੁੱਤੀਆਂ ਲੈ ਕੇ ਦੇ ਸਕਦੇ ਹੋ, ਕਿ ਉਹਨਾਂ ਨੂੰ ਦਵਾਈ ਲੈ ਕੇ ਦੇ ਸਕਦੇ ਹੋ। ਔਰ ਉਹਨਾਂ ਨੂੰ ਜਾ ਕੇ ਦੱਸਣਾ ਵੀ ਜ਼ਰੂਰੀ ਨਹੀਂ ਹੈ ਕਿ ਵੀ ਇਹ ਪੈਸੇ ਕਿਸ ਚੀਜ਼ ਦੇ ਅਸੀਂ ਤੁਹਾਨੂੰ ਦੇ ਰਹੇ, ਬਲਕਿ ਉਹਨਾਂ ਨਾਲ ਇੰਨੀ ਮੁਹੱਬਤ ਕਰੋ, ਇੰਨਾ ਯਾਨੀ ਅਖਲਾਕੀ ਲਿਹਾਜ਼ ਨਾਲ ਉਹ ਮੁਤਮਿਨ ਹੋ ਜਾਣ ਕਿ ਵੀ ਇਹ ਉਸ ਤਰ੍ਹਾਂ ਦੇ ਪੈਸੇ ਨਹੀਂ, ਔਰ ਉਹਨਾਂ ਦੀ ਦਿਲ ਨੂੰ ਠੇਸ ਪਹੁੰਚਾਉਣਾ ਔਰ ਉਹਨਾਂ ਨੂੰ ਤਕਲੀਫ ਦੇਣਾ ਇਹ ਜ਼ਰੂਰੀ ਨਹੀਂ ਹੈ ਕਿ ਵੀ ਉਹਨਾਂ ਨੂੰ ਵਾਜ਼ਿਆ ਤੌਰ 'ਤੇ ਦੋ ਲਫ਼ਜ਼ਾਂ 'ਚ ਦੱਸਿਆ ਜਾਏ ਕਿ ਵੀ ਇਹ ਉਸ ਚੀਜ਼ ਦੇ ਅਸੀਂ ਪੈਸੇ, ਫਿਰ ਤੇ ਕੋਈ ਬੰਦਾ ਵੀ ਨਹੀਂ ਲੈਂਦਾ। ਮਾੜੇ ਤੋਂ ਮਾੜਾ ਵੀ ਰਿਸ਼ਤੇਦਾਰ ਜਿਹੜਾ ਹੈ ਉਹ ਜਦੋਂ ਉਹਨੂੰ ਇਹ ਗੱਲ ਦੱਸੀ ਜਾਏ ਤੇ ਉਹ ਕਹਿੰਦਾ ਨਹੀਂ ਯਾਰ ਮੈਨੂੰ ਨਹੀਂ ਲੋੜ ਹੈ ਜਾਂ ਮੈਂ ਨਹੀਂ ਲੈਣੇ, ਉਹ ਤੁਸੀਂ ਜਿੰਨੇ ਮਰਜ਼ੀ ਉਹਨੂੰ ਦਿਓ ਉਹ ਨਹੀਂ ਲੈਣੇ, ਠੀਕ ਹੈ। ਇਸ ਵਾਸਤੇ ਅੱਲਾ ਦੇ ਨਬੀ ਨੇ ਨਾ ਇਸ ਤਰ੍ਹਾਂ ਕੀਤਾ ਹੈ, ਨਾ ਸਹਾਬਾ ਨੇ ਕੀਤਾ ਹੈ ਕਿ ਵੀ ਜਾ ਕੇ ਤੇ ਉਹਨੂੰ ਲਲਕਰ ਕੇ ਬੂਹਾ ਖੜਕਾ ਕੇ ਉਹਨੂੰ ਦੱਸਿਆ ਜਾਏ। ਤੁਸੀਂ ਜਾਓ, ਤੁਹਾਡੇ ਕਰੀਬ ਸਭ ਤੋਂ ਪਹਿਲਾਂ ਤੇ ਕੋਈ ਐਸਾ ਬੰਦਾ ਨਹੀਂ ਹੈ ਕਿ ਵੀ ਜਿਹੜੇ ਉਹਦੇ ਰਿਸ਼ਤੇਦਾਰ ਨੇ, ਅਗਰਚੇ ਉਹਨਾਂ ਨਾਲ ਨਹੀਂ ਵੀ ਬੋਲਦਾ, ਮੈਂ ਦੱਸਣਾ ਕਿ ਪਿਆ ਕਿ ਵੀ ਜਿਹੜੇ ਬੰਦੇ ਨਾਲ ਤੁਸੀਂ ਬੋਲਦੇ ਹੋ, ਤੁਹਾਡੇ ਨਾਲ ਇਤਫਾਕ ਹੈ, ਤੁਹਾਡੇ ਨਾਲ ਖੁਸ਼ਬਾਸ਼, ਉਹ ਤੇ ਇੱਕ ਅਲੱਗ ਹੈ। ਜਿਹਦੇ ਨਾਲ ਤੁਸੀਂ ਨਹੀਂ ਬੋਲਦੇ ਉਹਦਾ ਤੇ ਤੁਹਾਨੂੰ ਡਬਲ ਅਜਰ ਹੈ ਕਿ ਤੁਹਾਡਾ, ਤੁਸੀਂ ਕਹਿ ਸਕਦੇ ਹੋ ਕਿ ਵੀ ਉਹਦੇ ਨਾਲ ਤੁਹਾਡੀ ਬੋਲਚਾਲ ਵੀ ਘੱਟ ਹੈ, ਲੇਕਿਨ ਤੁਸੀਂ ਉਹਦੀ ਮਦਦ ਇਸ ਤਰ੍ਹਾਂ ਦੀ ਕਰ ਰਹੇ ਹੋ ਕਿ ਅੱਲਾ ਦੋਹਰਾ ਅਸਮਾਨਾਂ ਤੇ, ਦੇਖੋ ਰਾਜ਼ੀ ਕਰਨਾ ਅਸਮਾਨ ਵਾਲੇ ਰੱਬ ਨੂੰ, ਰਾਜ਼ੀ ਉਸ ਸ਼ਖਸ ਨੂੰ ਨਹੀਂ ਕਰਨਾ, ਨਾ ਹੀ ਉਹਦੀ ਤੁਸੀਂ ਜਾ ਕੇ ਤੇ ਉਹਦੀ ਇੱਜ਼ਤ ਨੂੰ ਹੱਥ ਪਾਉਣਾ ਕਿ ਵੀ ਮੈਂ ਤੁਹਾਨੂੰ ਪੈਸੇ ਦੇ ਰਿਹਾ ਜਾਂ ਮੈਂ ਤੇਰੀ ਮਦਦ ਕਰ ਰਿਹਾ। ਰਾਜ਼ੀ ਕਰਨਾ ਅੱਲਾ ਦੀ ਜ਼ਾਤ ਨੂੰ,
ਔਰ ਅੱਲਾ ਰਾਜ਼ੀ ਉਦੋਂ ਹੁੰਦਾ ਹੈ ਕਿ ਜਦੋਂ ਇੱਕ ਹੱਥ ਨਾਲ ਦਿੱਤਾ ਜਾਏ ਤੇ ਦੂਸਰੇ ਨੂੰ ਨਾ ਪਤਾ ਲੱਗਿਆ ਜਾਏ। ਤੇ ਅਗਰ ਤੁਸੀਂ ਇਸ ਤਰ੍ਹਾਂ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਔਰ ਆਪਣੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੇ ਐਸੇ ਕਰੀਬੀ ਰਿਸ਼ਤੇਦਾਰ, ਸਾਰਾ ਪਿੰਡ ਹੀ ਹੁੰਦਾ, ਸਾਰੀ ਬਰਾਦਰੀ ਹੁੰਦੀ, ਸਾਰੇ ਲੋਕ ਜਾਣਨ ਵਾਲੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਪਿੱਛੋਂ ਤੱਕ ਕਿ ਜਿਹੜੇ ਉਹਨਾਂ ਦੇ ਚਾਚੇ, ਮਾਮੇ, ਦਾਦੇ, ਪੜਦਾਦੇ ਉੱਥੋਂ ਤੱਕ ਜਾਣਦੇ ਹੋ ਕਿ ਵੀ ਇਹ ਗਰੀਬ ਆਦਮੀ ਨੇ ਔਰ ਆਪ ਨਾਰਮਲ ਜ਼ਿੰਦਗੀ ਗੁਜ਼ਾਰ ਰਹੇ ਨੇ ਕਿ ਬਈ ਇਹਨਾਂ ਦਾ ਮਹੀਨੇ ਦਾ ਮਖਸੂਸ ਇੱਕ ਰਾਸ਼ਨ ਹੈ। ਤੁਸੀਂ ਕਿਸੇ ਕਰਿਆਨੇ ਵਾਲੀ ਦੁਕਾਨ ਤੇ ਟੁਰ ਜਾਓ, ਕਿਸੇ ਮੈਡੀਕਲ ਸਟੋਰ ਤੇ ਲੱਗੇ ਜਾਓ, ਉੱਥੋਂ ਤੱਕ ਲੋਕਾਂ ਦੇ ਆਧਾਰ ਨੇ, ਉਹਨਾਂ ਕੋਲੇ ਟੁਰ ਜਾਓ ਔਰ ਉਹਨਾਂ ਨੂੰ ਕਹੋਗੇ ਵੀ ਕਿਸ ਬੰਦੇ ਦਾ ਆਧਾਰ ਹੈ ਜਿਹੜਾ ਨਹੀਂ ਦੇ ਪਾ ਰਿਹਾ ਵਿਚਾਰਾ, ਜਿਹਨੇ ਇਸ ਗੱਲ ਦੀ ਤੁਹਾਡੇ ਨਾਲ ਇਤਫਾਕ ਕੀਤਾ ਕਿ ਵੀ ਰੋਜ਼ਿਆਂ ਵਿੱਚ ਦੇਵਾਂਗੇ, ਉੱਥੇ ਜਾ ਕੇ ਦੇ ਦਿਓ। ਫਿਰ ਤੁਸੀਂ ਕਿਸੇ ਨੂੰ ਅਗਰ ਪੈਸੇ ਨਗਦ ਨਹੀਂ ਹੋ ਲੈਂਦਾ ਹੈ ਵੀ ਤੇ ਕੋਈ ਚੀਜ਼ ਉਹਨੂੰ ਬਣਾ ਦਿਓ। ਇਹ ਵੀ ਤੇ ਤੁਹਾਡੇ ਤੇ ਲਿਖੇ ਗਏ ਨਾ ਕਿ ਉਹਦੇ ਘਰ ਦੇ ਵਿੱਚ ਠੰਡੇ ਪਾਣੀ ਦਾ ਬੰਦੋਬਸਤ ਨਹੀਂ ਹੈ ਵੀ, ਉਹਦੇ ਘਰ ਦੇ ਵਿੱਚ ਨਲਕੇ ਦੀ ਜ਼ਰੂਰਤ ਹੈ, ਉਹਦੇ ਘਰ ਦੇ ਵਿੱਚ ਉਹਦੇ ਬੱਚਿਆਂ ਨੇ ਕੱਪੜੇ ਤੱਕ ਨਹੀਂ ਲਏ ਹਨ। ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਲੈ ਕੇ ਤੇ ਐਜ਼ ਏ ਗਿਫਟ, ਨਾਲੇ ਤੇ ਤੁਹਾਡੀ ਮੁਹੱਬਤ ਵਧੇਗੀ, ਨਾਲੇ ਉਹ ਤੁਹਾਡਾ ਇਤਰਾਮ ਜ਼ਿਆਦਾ ਕਰਨਗੇ ਕਿ ਵੀ ਸਾਡੇ ਨਾਲ ਈਦ ਤੇ ਆਏ ਸਨ ਤੇ ਸਾਨੂੰ ਮਿਲ ਕੇ ਗਏ ਨੇ, ਸਾਡੇ ਨਾਲ ਮੁਲਾਕਾਤ ਵੀ ਹੋ ਗਈ। ਠੀਕ, ਉਹਨਾਂ ਨੂੰ ਫਿਰ ਤੁਹਾਡੇ ਕੋਲੇ ਆਮ ਲੋਕਾਂ ਦੇ ਤੁਸੀਂ ਦੇਖਿਆ ਹੋਣਾ ਕਿ ਬੱਚੀਆਂ ਜਿਹੜੀਆਂ ਨੇ ਪੜ੍ਹੀਆਂ ਲਿਖੀਆਂ ਔਰ ਐਮਏ ਉਹਨਾਂ ਵਿਚਾਰੀਆਂ ਨੇ ਐਮਫਿਲ ਕੀਤਾ ਤੇ ਲੇਕਿਨ ਉਹ ਸਕੂਲਾਂ ਦੇ ਵਿੱਚ 10-12 ਹਜ਼ਾਰ ਦੀ ਨੌਕਰੀ ਕਿਉਂ ਕਰ ਰਹੀਆਂ? ਕਿਉਂਕਿ ਉਹਨਾਂ ਦੀ ਵਾਕਈ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਉਹ ਵਿਚਾਰੀਆਂ ਪੜ੍ਹ ਕੇ ਵੀ 10-12 ਹਜ਼ਾਰ ਦੀ ਨੌਕਰੀ ਕਰ ਰਹੀਆਂ ਨੇ। ਇਹਦਾ ਮਤਲਬ ਹੈ ਕਿ ਉਹ ਅਮੀਰ ਤਰੀਨਾਂ 'ਚ ਨਹੀਂ ਹੈ ਵੀ, ਉਹ ਇੱਕ ਥੋੜੇ ਜਿਹੇ ਪੈਸਿਆਂ ਨਾਲ ਵੀ ਆਪਣਾ ਗੁਜ਼ਾਰਾ ਕਰਦੀਆਂ ਨੇ ਵੀ ਕਿ ਬਜਾਏ ਕਿਸੇ ਕੋਲੋਂ ਮੰਗਣ ਦੇ ਉਹ ਆਪਣੀ ਜਾਬ ਕਰਦੀਆਂ। ਉਸ ਤੋਂ ਇਲਾਵਾ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਗਰੀਬ ਬੱਚੇ ਜਿਹੜੇ ਨੇ ਉਹ ਮਜ਼ਦੂਰੀ ਕਰ ਰਹੇ ਨੇ। ਇੱਕ ਤੇ ਪੇਸ਼ਾਵਰ ਨੇ ਨਾ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਕੋਈ ਚੀਜ਼ਾਂ ਛੋਟੀਆਂ ਪੈਨਸਲਾਂ, ਕੰਘੇ ਔਰ ਇਸ ਤਰ੍ਹਾਂ, ਉਹ ਪੇਸ਼ਾਵਰ ਨੇ ਜਿਹੜੇ ਵਾਕਈ ਮੰਗਦੇ ਨੇ ਔਰ ਤੁਹਾਨੂੰ ਯਕੀਨ ਹੈ ਕਿ ਵੀ ਇਹ ਵਾਕਈ ਇਸ ਚੀਜ਼ ਦਾ ਹੱਕਦਾਰ ਹੈ। ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ, ਥੋੜੀ ਜਿਹੀ ਮਿਹਨਤ ਕਰ ਲਓ ਯਾਰ, ਥੋੜੀ ਜਿਹੀ ਮਦਦ, ਆਪਣੇ ਆਪ ਨੂੰ ਜਿਹੜਾ ਵਕਤ ਕੱਢ ਲਓ ਤਾਂ ਕਿ ਸਹੀ ਮਕਾਮ ਤੇ ਪਹੁੰਚ ਜੇ ਔਰ ਲੋਕਾਂ ਦੀ ਇੱਜ਼ਤ ਬਚ ਜੇ, ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੋ। ਥੋੜਾ ਟਾਈਮ ਕੱਢ ਕੇ ਤਹਿਕੀਕ ਕਰ ਲਓ ਔਰ 1 ਦਿਨ 2 ਦਿਨ ਰੋਜ਼ਿਆਂ ਦੇ ਵਿੱਚ ਫਿਰ ਟੁਰ ਕੇ ਆਪਣੇ ਲੱਗ ਲਾ ਦੇ ਵਿੱਚ ਆਪਣੀ ਪੁੱਛ ਗਿੱਛ ਕੇ ਔਰ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਬੇਸ਼ੱਕ ਤੁਸੀਂ ਬਾਈ ਫੇਸ ਉਹਨਾਂ ਦੇ ਸਾਹਮਣੇ ਨਾ ਵੀ ਜਾਓ, ਇਹ ਵੀ ਜ਼ਰੂਰੀ ਨਹੀਂ ਹੈ ਕਿ ਵੀ ਤੁਸੀਂ ਜਾ ਕੇ ਚਿਹਰਾ ਦੱਸਣਾ ਕਿ ਵੀ ਮੈਂ ਆ ਗਿਆ ਤੁਹਾਨੂੰ ਪੈਸੇ ਦੇਣ, ਮੈਂ ਤੁਹਾਡੀ ਮਦਦ, ਉਹ ਇਸ ਤਰ੍ਹਾਂ ਉਹ ਕਹਿਣਗੇ ਕਿ ਵੀ ਬਾਕੀ ਮਹੀਨਿਆਂ 'ਚ ਤੂੰ ਨਹੀਂ ਕਦੇ ਆਇਆ। ਸੋ ਤੁਸੀਂ ਕਿਸੇ ਦੇ ਰਾਹੀਂ ਵੀ ਉਹਨੂੰ ਪਹੁੰਚਾ ਸਕਦੇ ਹੋ ਕਿ ਯਾਰ ਉਸ ਬੰਦੇ ਨੂੰ ਇਹ ਜ਼ਰੂਰਤ ਹੈ, ਉਹਨੂੰ ਪੱਠਿਆਂ ਦੀ ਲੋੜ ਹੈ, ਉਹਨੂੰ ਪੱਠੇ ਲੈ ਦਿਓ, ਮਦਦ ਹੀ ਕਰਨੀ ਹੈ ਨਾ, ਕੋਈ ਜ਼ਰੂਰੀ ਤੇ ਨਹੀਂ ਹੈ ਵੀ ਕਿ ਵੀ ਉਹਨੂੰ ਨਕਦੀ ਹੀ ਦਿੱਤੀ ਜਾਏ ਤਾਂ ਕਿ ਉਹਨੂੰ ਸ਼ੱਕ ਪੈ ਜਾਏ। ਦੇਖੋ, ਮਦਦ ਕਰਨ ਦੇ ਬੜੇ ਜ਼ਰਾਏ ਨੇ, ਬਹੁਤ ਜ਼ਿਆਦਾ ਜ਼ਰਾਏ ਨੇ ਔਰ ਆਪਣੀ ਲਾਗਲਾ ਨੂੰ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ, ਆਪਣੇ ਕਰੀਬੀ ਜਿਹੜੇ ਨੇ, ਮਹੱਲੇਦਾਰ ਨੇ ਜਿਹੜੇ ਆਪਣੀ ਬਰਾਦਰੀ, ਆਪਣਾ ਪਿੰਡ ਹੈ, ਆਪਣਾ ਇਲਾਕਾ ਹੈ ਜਿੱਥੇ ਲੋਕ ਵਿਚਾਰੇ ਕਈ ਸਾਲ ਗੁਜ਼ਰ ਜਾਂਦੇ ਨੇ, ਉਹਨਾਂ ਕੋਲੇ ਕਈ ਐਸੀਆਂ ਸਹੂਲਤਾਂ ਨੇ ਜਿਹੜੀਆਂ ਤੁਹਾਡੀਆਂ ਰਫ ਯੂਜ਼ ਹੁੰਦੀਆਂ ਨੇ ਵੀ ਘਰਾਂ ਦੇ ਵਿੱਚ ਉਂਝ ਹੀ ਪਈਆਂ ਨੇ ਔਰ ਉਹਨਾਂ ਨੂੰ ਤੱਕਣ ਵਾਸਤੇ ਨਹੀਂ, ਉਹਨਾਂ ਦੇ ਇਸਤੇਮਾਲ, ਉਹਨਾਂ ਨੂੰ ਵੇਖਣ ਵਾਸਤੇ ਨਸੀਬ ਨਹੀਂ ਹੁੰਦੀਆਂ। ਉਹਨਾਂ ਕੋਲੇ ਜਾਓ ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰੋ ਕਿ ਉਹ ਖੁਸ਼ ਹੋ ਜਾਣ, ਉਹ ਤੁਹਾਨੂੰ ਦੇਖ ਕੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਠੀਕ ਹੈ, ਤੇ ਉਹਨਾਂ ਕੋਲੇ ਜਾ ਕੇ ਉਹਨਾਂ ਦੀ ਮਦਦ ਕਰੋ। ਇਸ ਤੋਂ ਵੱਡਾ ਕੋਈ ਅਜਰ ਨਹੀਂ ਹੈ ਵੀ ਕਿ ਤੁਸੀਂ ਖੁਦ ਆਪਣੇ ਕਦਮਾਂ ਨਾਲ ਚੱਲ ਕੇ ਔਰ ਉਹਨਾਂ ਦੀ ਜਾ ਕੇ ਮਦਦ ਕਰੋ। ਅਸਲ ਲੋਕ ਉਹ ਨੇ, ਬਾਕੀਆਂ ਲੋਕਾਂ ਨੂੰ ਜਿਹੜੇ ਰੋਡਾਂ ਤੇ ਜਾਂਦੇ ਔਰ ਪੇਸ਼ਾਵਰ ਲੋਕ ਨੇ ਉਹਨਾਂ ਤੋਂ ਬਚੋ, ਸਹੀ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਲੋਕਾਂ ਦੀ ਇੱਜ਼ਤ ਵੀ ਬਚ ਜੇ ਔਰ ਤੁਹਾਡਾ ਜਿਹੜੇ ਸਹੀ ਜਗ੍ਹਾ ਦੇ ਉੱਤੇ ਪੈਸੇ ਲੱਗ ਜਾਣ। ਅਗਰ ਤੁਹਾਨੂੰ ਗੱਲ ਚੰਗੀ ਲੱਗੇ ਅੱਗੇ ਸ਼ੇਅਰ ਵੀ ਕਰਿਓ। ਦੁਆਵਾਂ ਯਾਦ ਰੱਖਿਓ। ਮਾ ਸਲਾਮ।